ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਕਾਲ ਅਕੈਡਮੀ ਜੋ ਪੰਥ ਨੂੰ ਸਮਾਜ ਨੂੰ ਦੇਣ ਦੇ ਰਹੀ ਹੈ ਉਹਦਾ ਅਸੀਂ ਕਹਿ ਨਹੀਂ ਸਕਦੇ, ਕਿਉਂਕਿ ਕਹਤੇ ਕੋ ਸੋਭਾ ਨਹੀਂ ਦੇਖਾ ਹੀ ਪ੍ਰਵਾਨ। ਜਿੱਥੇ ਉਹ ਨਿੱਕੇ ਨਿੱਕੇ ਬੱਚਿਆਂ ਦੀ ਜ਼ਿੰਦਗੀ ਬਦਲ ਰਹੀਆਂ ਨੇ ਅਕਾਲ ਅਕੈਡਮੀ, ਠੀਕ ਹੈ, ਉੱਥੇ ਹੀ ਉਹ ਅਧਿਆਪਕ ਸਾਹਿਬਾਨ ਦਾ ਵੀ ਜੀਵਨ ਬਦਲਦੇ ਨੇ ਅਤੇ ਸਮਾਜ ਦੇ ਵਿੱਚ ਚੰਗੇ ਗੁਰਸਿੱਖ ਡਾਕਟਰ ਇੰਜੀਨੀਅਰ IPS ਅਫਸਰ ਜਿਹੜੇ ਕਿ ਜ਼ਿੰਦਗੀ ਵਿੱਚ ਕੁਝ ਬਣਨਗੇ ਅਤੇ ਉਹ ਆਪਣੀ ਖੁਸ਼ਬੂ ਖਿਲਾਰਨਗੇ। ਇਸੇ ਤਹਿਤ ਹੀ ਅੱਜ ਅਸੀਂ ਅਕਾਲ ਅਕੈਡਮੀ ਵਿਸ਼ੋਆ ਦੇ ਵਿੱਚ ਪਹੁੰਚੇ ਹਾਂ, ਜਿੱਥੇ ਬਹੁਤ ਸਾਰੇ ਵਿਦਿਆਰਥੀ ਨੌਜਵਾਨ ਬੱਚੇ ਸਹਿਜ ਪਾਠ ਕਰਦੇ ਨੇ। ਪ੍ਰਿੰਸੀਪਲ ਸਾਹਿਬ ਖੁਦ ਵੀ ਆਪ ਬਾਣੀ ਪੜ੍ਹਦੇ ਨੇ ਅਤੇ ਦੂਜਿਆਂ ਨੂੰ ਵੀ ਪ੍ਰੇਰਨਾ ਦਿੰਦੇ ਨੇ, ਔਰ ਅਧਿਆਪਕ ਸਾਹਿਬਾਨ ਵੀ ਬਾਣੀ ਪੜ੍ਹਦੇ ਨੇ। ਸਾਡੇ ਕੋਲ ਇਸੇ ਤਰ੍ਹਾਂ ਹੀ ਅੱਜ ਭੈਣ ਜੀ ਆਏ ਨੇ, ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਵੀ ਉਹ ਕਿਸ ਤਰ੍ਹਾਂ ਇਸ ਸਹਿਜ ਪਾਠ ਦੇ ਲੜ ਲੱਗੇ। ਭੈਣ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰੀ ਭੈਣ ਦਾ ਨਾਮ ਕੀ ਹੈ? ਮੇਰਾ ਨਾਮ ਕੁਲਜਿੰਦਰ ਕੌਰ ਹੈ। ਕੁਲਜਿੰਦਰ ਕੌਰ। ਭੈਣ ਜੀ ਮੈਨੂੰ ਦੱਸੋ ਵੀ ਤੁਸੀਂ ਕਿੱਦਾਂ ਸਹਿਜ ਪਾਠ ਦੇ ਲੜ ਲੱਗੇ, ਸਹਿਜ ਪਾਠ ਦੀ ਲਹਿਰ ਵਿੱਚ ਕਿੱਦਾਂ ਸ਼ਾਮਲ ਹੋਏ, ਕਦੋਂ ਸ਼ਾਮਲ ਹੋਏ? ਸਰ, ਸਹਿਜ ਪਾਠ ਦੀ ਲਹਿਰ 'ਚ ਮੈਂ ਇੱਥੇ ਇਹ ਅਕੈਡਮੀ ਮੈਂ ਜੁਆਇਨ ਕੀਤੀ ਹੈ 2016 1 ਜਨਵਰੀ 2016 ਨੂੰ। ਠੀਕ ਹੈ, ਬਿਲਕੁਲ। ਜਦੋਂ ਮੈਂ ਇਸ ਅਕੈਡਮੀ 'ਚ ਆਈ ਉਦੋਂ ਮੈਨੂੰ ਜਪਜੀ ਸਾਹਿਬ ਦੀਆਂ 5 ਪੌੜੀਆਂ, ਆਨੰਦ ਸਾਹਿਬ ਦੀਆਂ 6 ਪੌੜੀਆਂ ਅਤੇ ਚੌਪਈ ਸਾਹਿਬ ਆਉਂਦਾ ਸੀ। ਹਾਂ, ਜੋ ਤੁਸੀਂ ਨਿੱਕੇ ਹੁੰਦਿਆਂ ਕਰਦੇ ਸੀ, ਪਰਿਵਾਰ ਨੇ ਜਦੋਂ ਸਿਖਾਇਆ ਮੈਂ ਸੀ। ਮਤਲਬ ਨਿੱਕੇ ਹੁੰਦਿਆਂ ਤੋਂ ਕਰਦੀ ਆਈ ਸੀ, ਬਟ ਜਦੋਂ ਤੋਂ ਮੈਂ ਅਕੈਡਮੀ ਜੁਆਇਨ ਕੀਤੀ ਹੈ ਮੈਨੂੰ ਪੰਜਾਂ ਬਾਣੀਆਂ ਦਾ ਨਿਤਨੇਮ ਜਿਸ ਤਰ੍ਹਾਂ ਕਿ ਇੱਥੇ ਬੱਚਿਆਂ ਨੂੰ ਕਰਵਾਇਆ ਜਾਂਦਾ, ਅਸੀਂ ਟੀਚਰਸ ਵੀ ਕਰਦੇ ਹਾਂ, ਉਹ ਸਿੱਖਿਆ। ਫਿਰ ਜਿਸ ਦਿਨ ਸਹਿਜ ਪਾਠ ਮਤਲਬ ਇੱਥੇ ਸਾਡੀ ਅਕੈਡਮੀ 'ਚ ਕੰਟੀਨਿਊਸਲੀ ਚੱਲਦਾ ਹੈ। ਫਿਰ ਜਦੋਂ ਸਹਿਜ ਪਾਠ ਸੰਸਥਾ ਨਾਲ ਮੈਂ ਜੁੜੀ, ਜਦੋਂ ਮਤਲਬ ਮੈਂ ਇੱਥੋਂ ਸੈਂਚੀਆਂ ਸਾਹਿਬ ਲੈ ਕੇ ਗਈ ਹਾਂ। ਵਾਹ। ਜਾਂ ਪਹਿਲੀ ਵਾਰੀ ਮੈਂ ਸੈਂਚੀ ਸਾਹਿਬ ਤੋਂ ਪਾਠ ਕੀਤਾ, ਉਦੋਂ ਇੱਕ ਵਾਰੀ ਮੈਂ ਕੰਬ ਗਈ ਸੀ। ਵਾਹਿਗੁਰੂ। ਮੈਂ ਪਹਿਲਾਂ ਕੰਬ ਗਈ ਸੀ, ਫਿਰ ਮੈਂ ਜਦੋਂ ਪਾਠ ਕੀਤਾ ਮੈਨੂੰ ਬੜਾ ਇੱਕ ਸੈਟਿਸਫੈਕਸ਼ਨ, ਇੱਕ ਮਤਲਬ ਸ਼ਾਂਤੀ ਮਿਲੀ ਕਿ ਮੈਂ ਕੁਛ ਮਤਲਬ ਇਹ ਅੱਜ ਜੋ ਮਤਲਬ ਅਕਾਲ ਅਕੈਡਮੀ ਦੀ ਵਜ੍ਹਾ ਕਰਕੇ ਜਾਂ ਸਹਿਜ ਪਾਠ ਸੰਸਥਾ ਦੀ ਵਜ੍ਹਾ ਕਰਕੇ ਅੱਜ ਮੈਂ ਪਾਠ ਕਰ ਸਕਦੀ ਹਾਂ। ਤੁਸੀਂ ਕੀ ਡਰ ਸੀ ਤੁਹਾਡੇ ਮਨ ਵਿੱਚ ਜਦੋਂ ਤੁਸੀਂ ਤੁਹਾਨੂੰ ਸ਼ੁਰੂ, ਕਿਉਂਕਿ ਅਕਾਲ ਅਕੈਡਮੀ 'ਚ ਪਾਠ ਚੱਲਦੇ ਰਹਿੰਦੇ ਨੇ, ਜਦੋਂ ਕੋਈ ਗੁਰਪੁਰਬ ਆਉਂਦਾ ਉਦੋਂ ਪਾਠ ਰੱਖ ਕੇ ਭੋਗ ਪਾਇਆ ਜਾਂਦਾ, ਸਾਰੇ ਬਾਣੀ ਪੜ੍ਹਦੇ ਨੇ, ਜਿਹੜੇ ਵੀ ਅਧਿਆਪਕ ਹੁੰਦੇ ਨੇ ਉਹ ਆਪ ਬਾਣੀ ਪੜ੍ਹਦੇ ਨੇ, ਬੱਚਿਆਂ ਦੀ ਡਿਊਟੀ ਲੱਗਦੀ। ਅਤੇ ਤੁਹਾਡੀ ਪਹਿਲੀ ਵਾਰੀ ਡਿਊਟੀ ਕਿਹਨਾਂ ਨੇ ਲਗਾਈ ਫਿਰ? ਸਰ, ਐਕਚੁਅਲੀ ਮੇਰੇ ਮਨ 'ਚ ਇਹ ਡਰ ਸੀ ਕਿਉਂਕਿ ਮੈਂ ਬੈਪਟਾਈਜ਼ਡ ਨਹੀਂ ਸੀ। ਮੈਂ ਆਪਣੇ ਪ੍ਰਿੰਸੀਪਲ ਨੂੰ ਵੀ ਇਹੀ ਗੱਲ ਦੱਸੀ, ਉਹਨਾਂ ਨੇ ਮੈਨੂੰ ਕਿਹਾ ਕਿ ਤੁਸੀਂ ਸਹਿਜ ਪਾਠ ਕਰੋਗੇ। ਦੈਨ ਆਈ ਸੈਡ ਮੈਡਮ ਆਈ ਐਮ ਨਾਟ ਬੈਪਟਾਈਜ਼ਡ, ਸੋ ਇਟਸ ਦੈਨ ਫਿਰ ਮੈਡਮ ਨੇ ਮੈਨੂੰ ਕਿਹਾ ਕਿ ਇਹਦੇ 'ਚ ਇਹ ਗੱਲ ਨਹੀਂ ਹੁੰਦੀ ਕਿ ਤੁਸੀਂ ਅੰਮ੍ਰਿਤ ਛਕਿਆ ਹੈ ਫਿਰ ਹੀ ਤੁਸੀਂ ਪਾਠ ਕਰ ਸਕਦੇ ਹੋ, ਤੁਸੀਂ ਉਂਝ ਵੀ ਪਾਠ ਕਰ ਸਕਦੇ ਹੋ। ਮੇਰੇ ਮਨ 'ਚ ਇਹ ਗੱਲ ਸੀ ਸ਼ੁਰੂ ਤੋਂ ਹੀ ਕਿ ਜਿਨ੍ਹਾਂ ਨੇ ਅੰਮ੍ਰਿਤ ਪਾਨ ਕੀਤਾ ਹੋਇਆ ਸਿਰਫ ਉਹੀ ਸੈਂਚੀ ਸਾਹਿਬ ਤੋਂ ਜਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆਂ 'ਤੇ ਬੈਠ ਕੇ ਪਾਠ ਕਰ ਸਕਦੇ ਆ। ਸੰਗਤ ਜੀ, ਇੱਥੇ ਇੱਕ ਗੱਲ ਨੋਟ ਕਰਨ ਵਾਲੀ ਹੈ, ਬੜੀ ਜ਼ਰੂਰੀ, ਵੀ ਬਹੁਤ ਸਾਰੀਆਂ ਸਾਡੀਆਂ ਵੀਰ ਭੈਣ ਧੀਆਂ ਪੁੱਤਰ ਇਹ ਸਮਝਦੇ ਨੇ ਵੀ ਸ਼ਾਇਦ ਅਸੀਂ ਅੰਮ੍ਰਿਤ ਛਕਿਆ ਹੋਏਗਾ ਤਾਂ ਹੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹ ਸਕਦੇ। ਨਹੀਂ ਭਾਈ, ਇਹ ਉਪਦੇਸ਼ 4 ਵਰਨਾ ਕੋ ਸਾਂਝਾ ਹੈ। ਕੋਈ ਹਿੰਦੂ, ਮੁਸਲਿਮ, ਸਿੱਖ, ਈਸਾਈ, ਜੈਨੀ, ਬੋਧੀ, ਪਾਰਸੀ ਬਿਨਾਂ ਕਿਸੇ ਜਾਤ ਪਾਤ ਧਰਮ ਨਸਲ ਵਿਤਕਰੇ ਦੇ ਗੁਰੂ ਦੀ ਬਾਣੀ ਜਿਹੜੀ ਉਹ ਪੜ੍ਹ ਸਕਦਾ ਹੈ, ਔਰ ਆਪਣੇ ਜੀਵਨ ਜਾਂਚ ਜਿਹੜੀ ਲੈ ਕੇ ਆਪਣੇ ਜੀਵਨ ਨੂੰ ਅਤੇ ਲੋਕ ਨੂੰ ਅਤੇ ਪ੍ਰਲੋਕ ਨੂੰ ਸੁਧਾਰ ਸਕਦਾ। ਔਰ ਜਿਵੇਂ ਸੂਰਜ ਦੀ ਰੋਸ਼ਨੀ ਸਭ ਲਈ ਸਾਂਝੀ ਹੈ, ਹਵਾ ਸਾਰਿਆਂ ਲਈ ਸਾਂਝੀ ਹੈ, ਮੀਂਹ ਦਾ ਪਾਣੀ ਸਾਰਿਆਂ ਲਈ ਸਾਂਝਾ, ਇਸੇ ਤਰ੍ਹਾਂ ਹੀ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਗਿਆਨ ਸਾਰਿਆਂ ਲਈ ਸਾਂਝਾ। ਤਾਂ ਇਹ ਜ਼ਰੂਰੀ ਨਹੀਂ ਵੀ ਤੁਸੀਂ ਅੰਮ੍ਰਿਤ ਨਹੀਂ ਛਕਿਆ ਅਤੇ ਤੁਸੀਂ ਪਾਠ ਨਹੀਂ ਕਰ ਸਕਦੇ, ਪਾਠ ਕਰ ਸਕਦੇ ਹੋ। ਅਤੇ ਭੈਣ ਜੀ ਫਿਰ ਕਿੱਦਾਂ ਫਿਰ ਜ਼ਿੰਦਗੀ 'ਚ ਘਟਨਾ ਬਦਲੀ? ਫਿਰ ਤੁਸੀਂ ਪਹਿਲੀ ਵਾਰੀ ਬਾਣੀ ਪੜ੍ਹੀ, ਪੋਥੀ ਤੋਂ ਪਾਠ ਕੀਤਾ? ਜਦੋਂ ਮੈਨੂੰ ਪ੍ਰਿੰਸੀਪਲ ਮੈਡਮ ਨੇ ਮੋਟੀਵੇਟ ਕੀਤਾ, ਮੈਂ ਇੱਥੇ ਪਾਠ ਕੀਤਾ। ਫਿਰ ਜਦੋਂ ਸਹਿਜ ਪਾਠ ਸੰਸਥਾ ਵਾਲਿਆਂ ਨੇ ਸਾਨੂੰ ਮਤਲਬ ਪ੍ਰੋਵਾਈਡ ਕੀਤੀਆਂ ਪੋਥੀ ਸਾਹਿਬ, ਫਿਰ ਮੈਂ ਪੋਥੀ ਆਪਣੀ ਮਦਰ ਇਨ ਲੋ ਨੂੰ ਪੁੱਛ ਕੇ, ਕਿਉਂਕਿ ਮੇਰੀ ਸਾਰੀ ਫੈਮਿਲੀ ਬੈਪਟਾਈਜ਼ਡ ਹੈ, ਮੈਂ ਉਹਨਾਂ ਨੂੰ ਪੁੱਛ ਕੇ ਫਿਰ ਪੋਥੀ ਸਾਹਿਬ ਘਰ ਲੈ ਕੇ ਗਈ। ਫਿਰ ਉਹਨਾਂ ਨੇ ਮੈਨੂੰ ਮੋਟੀਵੇਟ ਕੀਤਾ ਕਿ ਤੁਸੀਂ ਵੀ ਇਹ ਤੋਂ ਪਾਠ ਕਰਨਾ ਹੈ। ਵਾਹਿਗੁਰੂ। ਜਦੋਂ ਮੈਂ ਫਿਰ ਪਾਠ ਕਰਦੀ ਸੀ ਉਹ ਮੇਰੇ ਲਾਗੇ ਬੈਠਦੇ ਸੀ, ਜਿੱਥੇ ਜਿੱਥੇ ਮੇਰੀਆਂ ਗਲਤੀਆਂ ਹੁੰਦੀਆਂ ਸੀ ਫਿਰ ਉਹ ਮੈਨੂੰ ਸੁਧਾਰਦੇ ਆ ਕਿ ਨਹੀਂ ਇਹਦੀ ਇਹ ਇਸ ਤਰ੍ਹਾਂ ਬੋਲਣਾ ਹੈ, ਇਹ ਤੁਹਾਡਾ ਇੱਧਰ ਇਹ ਤੁਸੀਂ ਪ੍ਰੋਨਾਂਸੀਏਸ਼ਨ ਗਲਤ ਕਰ ਰਹੇ ਹੋ। ਮੈਨੂੰ ਫਿਰ ਸਹਿਜ ਪਾਠ ਕਰਕੇ ਮੈਨੂੰ ਹੁਣ ਸ਼ਾਂਤੀ ਮਿਲੀ। ਹੁਣ ਮੇਰੀ ਲਾਈਫ 'ਚ ਕੋਈ ਵੀ ਪ੍ਰੋਬਲਮ ਹੁੰਦੀ ਹੈ ਤੇ ਮੈਂ ਕੋਈ ਸ਼ਬਦ ਕਰ ਲੂੰਗੀ ਜਾਂ ਪੋਥੀ ਸਾਹਿਬ ਖੋਲੂੰਗੀ ਜਾਂ ਉੱਤੋਂ ਮੈਨੂੰ ਜਵਾਬ ਮਿਲ ਜਾਂਦਾ ਹੈ। ਜਦੋਂ ਮੈਂ ਕਿਤੇ ਬਹੁਤੀ ਪਰੇਸ਼ਾਨ ਹੁੰਦੀ ਹਾਂ ਉਦੋਂ ਜਦੋਂ ਮੈਂ ਗੁਟਕਾ ਸਾਹਿਬ ਖੋਲ ਕੇ ਫਿਰ ਆਪਣੀ ਗੱਲ ਦਾ ਜਵਾਬ ਮੈਨੂੰ ਮਿਲ ਜਾਂਦਾ ਹੈ, ਮਹਾਰਾਜ ਦੇ ਦਿੰਦੇ ਜਦੋਂ ਮੈਂ ਕਿਤੇ ਪ੍ਰੋਬਲਮ 'ਚ ਹੁੰਦੀ ਹਾਂ। ਬਿਲਕੁਲ ਬਿਲਕੁਲ। ਸੰਗਤ ਜੀ ਦੇਖੋ, ਜਦੋਂ ਮਦਰ ਇਨ ਲਾ ਜਿਹੜੇ ਸੀ ਉਹ ਹੋਰ ਪਿਆਰ ਕਿੰਨਾ, ਪਹਿਲਾਂ ਤਾਂ ਪਿਆਰ ਹੈਗਾ ਸੀ, ਪਿਆਰ ਹੋਰ ਵੱਧ ਗਿਆ। ਹੁਣ ਦੇਖੋ ਜਿਹੜੀ ਸੱਸ ਅਸਲੀ ਧਰਮ ਨਿਭਾ ਰਹੀ ਵੀ ਆਪਣੀ ਧੀ ਨੂੰ ਆਪਣੀ ਨੂੰਹ ਨੂੰ ਜਿਹੜਾ ਹੈ ਉਹ ਬਾਣੀ ਪੜ੍ਹਨੀ ਸਿਖਾ ਰਹੀ, ਪੁੱਤਰ ਇੱਥੇ ਇੱਦਾਂ ਨਹੀਂ ਇੱਦਾਂ। ਅਤੇ ਜਦੋਂ ਦੋਵੇਂ ਲਾਗੇ ਬੈਠਣਗੀਆਂ ਬਾਣੀ ਦੀਆਂ ਗੱਲਾਂ ਕਰਨਗੀਆਂ ਅਤੇ ਫਿਰ ਨਿਰਭਉ ਸੰਗ ਤੁਮਾਰੇ ਬਸਤਾ ਇਹ ਡਰਨ ਕਹਾਂ 'ਤੇ ਆਇਆ। ਅਤੇ ਫਿਰ ਕਦੀ ਵੀ ਕਿਸੇ ਕਿਸਮ ਦੀ ਕਲੇ ਕਲੇਸ਼ ਤੇ ਘਰ ਵਿੱਚ ਹੋ ਹੀ ਨਹੀਂ ਸਕਦੀ, ਗੁਰੂ ਦਾ ਪਿਆਰ ਹੋਰ ਵੱਧਦਾ। ਅਤੇ ਭੈਣ ਜੀ ਦੱਸ ਰਹੇ ਨੇ ਵੀ ਜਦੋਂ ਵੀ ਕਦੀ ਲੋੜ ਹੁੰਦੀ ਹੈ, ਮੁਸ਼ਕਿਲਾਂ ਆਉਂਦੀਆਂ ਨੇ, ਅਤੇ ਗੁਰੂ ਸਾਹਿਬ ਦੀ ਬਾਣੀ ਉਹਨਾਂ ਨੂੰ ਰਾਹ ਦਿਖਾਉਂਦੀ ਹੈ। ਇਹੀ ਸਭ ਤੋਂ ਵੱਡੀ ਦਾਤ ਹੈ ਭੈਣ ਜੀ, ਵਾਕਈ ਗੁਰੂ ਤੋਂ ਬਿਨਾਂ ਹੋਰ ਕੋਈ ਨਹੀਂ। ਤੁਸੀਂ ਨੌਜਵਾਨ ਪੀੜ੍ਹੀ ਨੂੰ ਔਰ ਉਹਨਾਂ ਭੈਣਾਂ ਨੂੰ ਜਿਹੜੀਆਂ ਤੁਹਾਡੇ ਡਰਦੀਆਂ ਨੇ ਉਹਨਾਂ ਨੂੰ ਤੁਸੀਂ ਕੀ ਸੰਦੇਸ਼ ਦੇਣਾ ਚਾਹੁੰਦੇ ਹੋ? ਥੋੜ੍ਹਾ ਜ਼ਰੂਰ ਦਿਓ ਸਹਿਜ ਪਾਠ। ਮੈਂ ਤਾਂ ਇਹੀ ਕਹਿਣਾ ਚਾਹੂੰਗੀ ਕਿਉਂਕਿ ਮੈਂ ਇੰਨੇ ਸਾਲ ਇਸੇ ਭੁਲੇਖੇ 'ਚ ਗਵਾ ਛੱਡੇ ਕਿ ਜਿਹੜੇ ਬੰਦੇ ਨੇ ਅੰਮ੍ਰਿਤ ਨਹੀਂ ਛਕਿਆ ਉਹ ਪਾਠ ਨਹੀਂ ਕਰ ਸਕਦਾ। ਮੈਂ ਤਾਂ ਇਹੀ ਕਹਿਣਾ ਚਾਹੂੰਗੀ ਕਿ
ਜੋ ਸਕੂਨ ਸਾਨੂੰ ਪਾਠ ਕਰਕੇ ਮਿਲਦਾ ਹੈ ਜਾਂ ਜੋ ਸਾਡੀਆਂ ਮੁਸ਼ਕਿਲਾਂ ਦਾ ਹੱਲ ਸਾਨੂੰ ਪਾਠ ਕਰਕੇ ਮਿਲਦਾ ਹੈ, ਉਹ ਇਸ ਤਰ੍ਹਾਂ ਨਹੀਂ ਸਾਨੂੰ ਮਿਲ ਸਕਦਾ। ਬਿਲਕੁਲ ਮਤਲਬ ਇਹ ਆਪਣੀ ਜ਼ਿੰਦਗੀ ਦੇ ਤਜਰਬੇ ਦੇ ਹਿਸਾਬ ਨਾਲ ਕਹਿੰਦੀ ਹਾਂ, ਮੇਰੀ ਜ਼ਿੰਦਗੀ 'ਚ ਬਹੁਤ ਸਾਰੀਆਂ ਪ੍ਰੋਬਲਮਸ ਹੈ, ਪਰ ਮੈਂ ਉਹਨਾਂ ਦੇ ਸੋਲੂਸ਼ਨ ਜਿਹੜੇ ਹੈ ਗੁਰੂ ਸਾਹਿਬ ਕੋਲੋਂ ਹੀ ਮੰਗਦੀ ਹਾਂ। ਬਿਲਕੁਲ ਔਰ ਇਹ ਗੁਰਬਾਣੀ ਹੀ ਦਿੰਦੀ ਹੈ ਸਾਨੂੰ। ਦੇਖੋ ਮੁਸ਼ਕਿਲਾਂ ਆਉਣੀਆਂ ਨੇ, ਦੁੱਖ ਸੁੱਖ ਦੋਇਦਰ ਕੱਪੜੇ ਪਹਿਰੇ ਜਾਏ ਮਨੁੱਖ, ਪਰ ਗੁਰਬਾਣੀ ਸਾਨੂੰ ਮੁਸ਼ਕਿਲਾਂ ਨਾਲ ਲੜਨ ਦੀ ਤਾਕਤ ਪ੍ਰਵਾਨ ਕਰਦੀ ਹੈ। ਕਿਉਂਕਿ ਦੇਖੋ ਜਿਨ੍ਹਾਂ ਨੇ ਸੁਖਮਨੀ ਸਾਹਿਬ ਦਾ ਪਾਠ ਲਿਖਿਆ, ਹਰ ਭੈਣ ਕਹਿੰਦੀ ਵੀਰ ਭੈਣੇ ਸੁਖਮਨੀ ਸਾਹਿਬ ਪਾਠ ਕਰ ਤੇਰੀ ਮੁਸ਼ਕਿਲ ਦੂਰ ਹੋ ਜਾਏ, ਪਰ ਉਹ ਆਪ ਤਤੀ ਤਵੀ ਤੇ ਬੈਠੇ ਹੋਣ ਕਿ ਭਾਈ ਮੁਸ਼ਕਿਲ ਆਏਗੀ ਤਾਂ ਜ਼ਰੂਰ, ਪਰ ਮਹਿਸੂਸ ਨਹੀਂ ਹੋਏਗੀ। ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸਵਾਰਨਾ, ਅੰਗੀਕਾਰ ਤੇਰਾ ਬਾਡੀਗਾਰਡ ਬਣ ਜਾਏਗਾ ਉਹ ਇਹਨਾਂ ਮੁਸ਼ਕਿਲਾਂ ਤੋਂ। ਗੁਰਬਾਣੀ ਦੀ ਇੱਕ ਪੰਕਤੀ ਆਂਦੀ, ਤੂੰ ਪਿੰਜਰ ਹਾਂ ਸੂਅਟਾ ਤੋਰ ਜਮ ਮਨ ਜਾਰ ਕਹਾਂ ਕਹੇ ਮੋਰ। ਕਹਿੰਦੇ ਜਦੋਂ ਤੋਂ ਮੈਂ ਸਹਿਜ ਪਾਠ ਕਰਨਾ ਸ਼ੁਰੂ ਕੀਤਾ, ਬਾਣੀ ਨਾਲ ਗੁਰੂ ਨਾਲ ਗੱਲਾਂ ਕਰਨੀਆਂ ਸ਼ੁਰੂ ਕੀਤੀਆਂ, ਤੇ ਮੈਂ ਐਸਾ ਤੁਸੀਂ ਮੇਰੇ ਪਿੰਜਰੇ ਬਣ ਗਏ ਹੋ ਤੇ ਮੈਂ ਤੁਹਾਡਾ ਤੋਤਾ ਬਣ ਗਿਆ, ਤੇ ਮੈਂ ਤੁਹਾਡੇ ਤੋਂ ਬਗੈਰ ਰਹਿ ਨਹੀਂ ਸਕਦਾ। ਹੁਣ ਜਮ ਰੂਪੀ ਬਿੱਲਾ, ਕਾਮ ਕ੍ਰੋਧ ਰੂਪੀ ਜਿਹੜੀ ਅਹੰਕਾਰ ਨੇ, ਇਹ ਮੈਨੂੰ ਜਮ ਰੂਪੀ ਬਿੱਲੇ ਜਿਹੜੇ ਨੇ, ਇਹ ਵਾਸ਼ਨਾਵਾਂ ਤ੍ਰਿਸ਼ਨਾਵਾਂ ਵੀ ਮੇਰੇ ਕੁਝ ਵਿਗਾੜ ਨਹੀਂ ਸਕਦੇ। ਸੋ ਭੈਣ ਜੀ ਤੁਹਾਡਾ ਬਹੁਤ ਧੰਨਵਾਦ, ਔਰ ਵਾਹਿਗੁਰੂ ਜੀ ਦੀ ਕਿਰਪਾ ਹੈ। ਹੁਣ ਨਿਰੰਤਰ ਸਹਿਜ ਪਾਠ ਚੱਲਦਾ ਰਹਿੰਦਾ ਹੈ ਪਰਿਵਾਰ ਵੱਲੋਂ? ਘਰ ਵਿੱਚ ਕਿੰਨੇ ਜਾਣੇ ਸਾਰੇ ਸਹਿਜ ਪਾਠ ਕਰਦੇ ਨੇ ਆਪੋ ਆਪਣਾ? ਹਾਂਜੀ, ਸਾਰੇ ਸਹਿਜ ਪਾਠ ਕਰਦੇ ਆ। ਸ਼ੁਕਰ ਹੈ ਸਾਰੇ ਹੀ ਕਰਦੇ ਆ। ਤੁਸੀਂ ਨੌਜਵਾਨ ਪੀੜ੍ਹੀ ਨੂੰ, ਤੁਸੀਂ ਕਿਉਂਕਿ ਅਧਿਆਪਕ ਹੋ, ਔਰ ਤੁਸੀਂ ਦੇਖਦੇ ਹੋ ਵੀ ਜਿਹੜੇ ਪਾਠ ਕਰਦੇ ਨੇ ਬੱਚੇ, ਕਈ ਨਹੀਂ ਕਰਦੇ, ਤੇ ਉਹਨਾਂ ਵਿੱਚ ਕੀ ਅੰਤਰ ਦੇਖਦੇ ਹੋ? ਕਿਉਂਕਿ ਨਿਤਨੇਮ ਤਾਂ ਸਾਡੀ ਮਰਿਆਦਾ ਹੈ, ਇਹ ਅਸੀਂ ਕਰਨਾ, ਪਰ ਜਿਹੜੇ ਸਹਿਜ ਪਾਠ ਕਰਦੇ ਨੇ, ਕਿਉਂਕਿ ਮੈਂ ਹਜ਼ਾਰਾਂ ਸਕੂਲਾਂ ਵਿੱਚ ਜਾਣਾ, ਤੇ ਮੈਨੂੰ ਅਧਿਆਪਕ ਸਾਹਿਬ, ਮੈਨੂੰ ਪ੍ਰਿੰਸੀਪਲ ਸਾਹਿਬ ਕਹਿੰਦੇ ਨੇ ਵੀ ਸਾਡੇ ਬੱਚਿਆਂ ਦਾ ਜੀਵਨ ਬਦਲ ਗਿਆ। ਇੱਕ ਨੌਜਵਾਨ ਬੱਚਾ, ਜਸਟ ਮੇਰੇ ਕੋਲ ਵੀਡੀਓ ਵੀ ਹੈ, ਉਹ ਕਹਿੰਦਾ ਜਦੋਂ ਤੋਂ ਮੈਂ ਸਹਿਜ ਪਾਠ ਸ਼ੁਰੂ ਕੀਤਾ ਨਾ, ਮੇਰੀ ਕੁੜੀਆਂ ਵੱਲ ਦੇਖਣ ਦੀ ਨਿਗਾਹ ਬਦਲ ਗਈ। ਕਿਉਂਕਿ ਹਾਰਮੋਨ ਚੇਂਜ ਹੋਣੇ ਨੇ, ਪਰ ਗੁਰੂ ਇੱਕ ਸਮਤ ਬਖਸ਼ਿਸ਼ ਕਰ ਦਿੰਦਾ ਹੈ ਤੇ ਉਹ ਸਹਿਜ ਅਵਸਥਾ ਵਿੱਚ ਲੈ ਆਉਂਦਾ। ਤੇ ਤੁਸੀਂ ਕੀ ਦੇਖਦੇ ਹੋ ਬੱਚਿਆਂ ਵਿੱਚ ਬਦਲਾਅ? ਬਿਲਕੁਲ, ਇਹ ਗੱਲ ਬਿਲਕੁਲ ਸਹੀ ਹੈ। ਸਹਿਜ ਜਿਹੜੇ ਬੱਚੇ ਸਾਡੇ ਸਹਿਜ ਪਾਠ ਕਰਦੇ ਹੈ, ਉਹਨਾਂ ਦਾ ਮਤਲਬ ਸਹਿਜਤਾ ਵੀ ਆਉਂਦੀ ਹੈ, ਔਰ ਉਹਨਾਂ ਦਾ ਬਿਹੇਵੀਅਰ 'ਚ ਵੀ ਅਸੀਂ ਚੇਂਜਸ ਨੋਟ ਕੀਤੇ ਆ। ਉਹ ਦੁਨੀਆ ਨੂੰ ਉਸ ਤਰੀਕੇ ਨਾਲ ਨਹੀਂ ਦੇਖਦੇ ਜਿਸ ਤਰ੍ਹਾਂ ਆਮ ਉਹਨਾਂ ਦੇ, ਜਿਸ ਤਰ੍ਹਾਂ ਐਜ਼ ਯੂ ਸੈਡ ਕਿ ਜਿਹੜਾ 9th to +2 ਗ੍ਰੇਡ ਦੇ ਬੱਚੇ ਹੁੰਦੇ ਆ, ਹਾਰਮੋਨਸ ਚੇਂਜ ਹੁੰਦੇ ਆ, ਬਟ ਜਿਹੜੇ ਸਾਡੇ ਬੱਚੇ ਸਹਿਜ ਪਾਠ ਕਰ ਰਹੇ ਆ, ਉਹਨਾਂ 'ਚ ਇਹ ਪਰਿਵਰਤਨ ਦੇਖਣ ਨੂੰ ਮਿਲਿਆ ਹੈ। ਉਹ ਗਲਤ ਗੱਲਾਂ ਵੱਲ ਨਹੀਂ ਜਾਂਦੇ, ਉਹ ਕੁਰੀਤੀਆਂ ਵੱਲ ਨਹੀਂ ਜਾਂਦੇ। ਵੈਸੇ ਵੀ ਅਕਾਲ ਅਕੈਡਮੀ ਦੀ ਵੀ ਦੇਣ ਹੈ ਕਿ ਬੱਚੇ ਜਿਹੜੇ ਹੈ ਨਸ਼ੇ ਤੋਂ ਜਾਂ ਬੁਰੀ ਸੰਗਤ ਤੋਂ ਦੂਰ ਰਹਿੰਦੇ ਆ, ਔਰ ਘਰੋਂ ਵੀ ਲਾਮਾ ਨਹੀਂ ਆਉਂਦਾ ਇਹਨਾਂ ਦਾ। ਹਾਂਜੀ ਬਿਲਕੁਲ। ਔਰ ਸਹਿਜ ਪਾਠ ਦਾ ਇਹ ਹੈ ਕਿ ਸਹਿਜ ਪਾਠ ਜਿਹੜਾ ਬੰਦਾ ਕਰਦਾ ਹੈ, ਵਾਕਈ ਉਹਦੇ 'ਚ ਸਹਿਜਤਾ ਬਹੁਤ ਜ਼ਿਆਦਾ ਆ ਜਾਂਦੀ ਹੈ। ਬਿਲਕੁਲ ਔਰ ਬੱਚਿਆਂ ਨੂੰ ਸਹੀ ਰਾਹ ਮਿਲਦਾ ਹੈ। ਸਾਰੇ ਅਸੀਂ ਬੜੂ ਸਾਹਿਬ ਮੈਨੇਜਮੈਂਟ ਕਮੇਟੀ ਦਾ, ਪ੍ਰਿੰਸੀਪਲ ਸਾਹਿਬ ਦਾ, ਔਰ ਅਧਿਆਪਕ ਸਾਹਿਬਾਨ ਦਾ ਧੰਨਵਾਦ ਕਰਦੇ ਹਾਂ ਵੀ ਨੌਜਵਾਨ ਪੀੜ੍ਹੀ ਨੂੰ ਬਚਾਉਣ ਵਾਸਤੇ ਸਭ ਤੋਂ ਵੱਡਾ ਕਾਰਜ ਕਰ ਰਹੇ ਨੇ, ਵੀ ਜਿੱਥੇ ਦੁਨਿਆਵੀ ਵਿਦਿਆ ਦੇ ਨਾਲ ਅਧਿਆਤਮਕ ਵਿਦਿਆ, ਕਿਉਂਕਿ ਸਵਾਮੀ ਵਿਵੇਕਾਨੰਦ ਜੀ ਨੇ ਵੀ ਕਿਹਾ ਸੀ ਵਰਲਡ ਐਜੂਕੇਸ਼ਨ ਕਨਵੈਨਸ਼ਨ ਵਿੱਚ, ਜਿੱਥੇ ਦੁਨੀਆ ਦੇ ਵੱਡੇ ਵਿਦਿਆ ਘਾੜੇ ਆਏ ਸੀ, ਕੋਈ ਕਹਿੰਦਾ ਅਸੀਂ ਰੋਬੋਟਿਕ ਦੀ ਪੜ੍ਹਾਈ ਕਰਾਵਾਂਗੇ, ਕੋਈ ਐਰੋਨੋਟਿਕ ਦੀ ਪੜ੍ਹਾਈ ਕਰਾਵਾਂਗੇ, ਕੋਈ ਮੈਡੀਕਲ ਦੀ, ਕੋਈ ਰਸਾਇਣਾਂ ਦੀ, ਪਰ ਜਦੋਂ ਸਵਾਮੀ ਵਿਵੇਕਾਨੰਦ ਜੀ ਦੀ ਵਾਰੀ ਆਈ, ਉਹਨਾਂ ਨੇ ਇੱਕ ਗੱਲ ਕਹੀ ਸੀ ਵੀ ਜੇਕਰ ਤੁਸੀਂ ਸਾਰੀਆਂ ਪੜ੍ਹਾਈਆਂ ਕਰਾਓ ਮੁਬਾਰਕ ਨੇ, ਪਰ ਜੇਕਰ ਇਹਨੂੰ ਤੁਸੀਂ ਸਪਿਰਿਚੁਅਲ ਐਜੂਕੇਸ਼ਨ ਨਾ ਦਿੱਤੀ, ਇਹ ਦੁਨੀਆ ਦਾ ਬੇੜਾ ਗਰਕ ਕਰਨਗੇ ਪਹਿਲਾਂ ਨਾਲੋਂ ਵੀ ਜ਼ਿਆਦਾ। ਤੇ ਅੱਜ ਉਹ ਹੋ ਰਿਹਾ ਹੈ, ਜਿਹੜੇ ਡਾਕਟਰ ਕੋਲ ਅਧਿਆਤਮਕ ਵਿਦਿਆ ਨਹੀਂ ਹੁੰਦੀ, ਉਹ ਡਾਕਟਰ ਗੁਰਦੇ ਵੇਚ ਰਿਹਾ, ਪੈਸਾ ਉਹਦੇ ਕੋਲ ਹੈਗਾ। ਜਿਹੜਾ SHO ਨਸ਼ਾ ਵੇਚ ਰਿਹਾ, IPS ਅਫਸਰ ਆਪਣੇ ਡਾਕੂਮੈਂਟਸ ਵੇਚੀ ਜਾ ਰਹੇ ਨੇ, ਜੱਜ ਜਿਹੜਾ ਦੋਸ਼ੀ ਨੂੰ ਛੱਡੀ ਜਾ ਰਿਹਾ, ਉਹਦਾ ਮੁੱਖ ਕਾਰਨ ਕੀ ਹੈ? ਵੀ ਸਪਿਰਿਚੁਅਲ ਐਜੂਕੇਸ਼ਨ ਨਾ ਹੋਣਾ। ਇਹ ਬੜਾ ਜ਼ਰੂਰੀ ਹੈ ਵੀ ਜਿਸ ਪਰਮਾਤਮਾ ਨੇ ਸਾਡੀ ਸਿਰਜਣਾ ਕੀਤੀ ਹੈ ਨਾ, ਉਹਦੇ ਨਾਲ ਗੱਲਾਂ ਕਰਨੀਆਂ, ਔਰ ਉਹਦੇ ਨਾਲ ਪਿਆਰ ਪਾਉਣਾ, ਤੇ ਜਿਨ ਪ੍ਰੇਮ ਕੀਓ ਤਿਨ ਹੀ ਪਰ ਪਾਇਓ। ਤੇ ਤੁਹਾਡਾ ਭੈਣ ਜੀ ਬਹੁਤ ਬਹੁਤ ਧੰਨਵਾਦ। ਤੁਸੀਂ ਆਪਣੇ ਇਹ ਗੂੰਗੇ ਦੀ ਮਠਿਆਈ ਹੈ, ਕੋਈ ਸਾਂਝੀ ਤੇ ਨਹੀਂ ਕਰ ਸਕਦਾ, ਪਰ ਮੁਸਕਰਾ ਤੇ ਸਕਦੇ ਹੀ ਆ ਨਾ, ਵੀ ਉਹ ਮੁਸਕਰਾਹਟ ਤੋਂ ਕੋਈ ਹੋਰ ਵੀ ਮਠਿਆਈ ਖਾਣ ਲਈ ਜਿਹਦਾ ਦਿਲ ਕਰ ਪਵੇ ਤੇ ਭਾਗਾਂ ਵਾਲੇ ਆ। ਸੋ ਅਸੀਂ ਤੁਹਾਡੇ ਪਰਿਵਾਰ ਦਾ ਵੀ ਧੰਨਵਾਦ ਕਰਦੇ ਹਾਂ ਵੀ ਜਿਹੜੇ ਮਹਾਰਾਜ ਦੀ ਬਾਣੀ ਨਾਲ ਜੁੜੇ ਹੋਏ ਨੇ ਅੱਜ ਦੇ ਇਲਾਕੇ ਵਿੱਚ, ਔਰ ਪ੍ਰਿੰਸੀਪਲ ਸਾਹਿਬ ਦਾ ਵੀ ਧੰਨਵਾਦ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।